ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। कृत पूर्व पाप मिटे सभी, हर के दल होए सवै किन नासे। हित मानव दे तरी जग में, पर पूर्ण रूप सदा अविनाशी। श्री गुरु गोविंद सिंह जी के पग पंकज, भजो और मैं नित जोत प्रगासी। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੁਸਤਾਨ ਦੇ ਜਿਹੜੇ ਮੰਨੇ ਪਰਮੰਨੇ ਸਮਾਜ ਦੇ ਵਿੱਚ ਬੜੇ ਮਸ਼ਹੂਰ ਸਨ, ਕੋਈ ਵਿਦਵਾਨ ਹੈ, ਲੇਖਾਰੀ ਹੈ, ਜਾਂ ਫਿਰ ਕਵਿਤਾ ਨੂੰ ਰਚਣ ਵਾਲਾ ਹੈ, ਉਹਨਾਂ ਨੂੰ ਵੀ ਇਹਨੇ ਬੜਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਅਗਰ ਕਿਤੇ ਪਤਾ ਲੱਗ ਗਿਆ ਵੀ ਇਹੋ ਜਿਹਾ ਕੋਈ ਸਿਆਣਾ ਵਿਦਵਾਨ ਇਹ ਹਿੰਦੂ ਮਤ ਦੇ ਵਿੱਚ ਪੈਦਾ ਹੋ ਗਿਆ ਹੈ, ਉਹਨੂੰ ਮੇਰੇ ਧੱਕੇ ਦੇ ਨਾਲ ਮੁਸਲਮਾਨ ਵੀ ਬਣਾ ਲੈਂਦਾ ਸੀ। ਕੇਸਵ ਦਾਸ ਇੱਕ ਬੰਦੇਲਖੰਡ ਦੇ ਵਿੱਚ ਬਹੁਤ ਵੱਡਾ ਮਹਾਨ ਵਿਦਵਾਨ ਪੰਡਤ ਪੈਦਾ ਹੋਇਆ ਸੀ। ਇਸ ਨੇ ਕਈ ਜਿਹੜੇ ਸੰਸਕ੍ਰਿਤ ਦੇ ਵੱਡੇ ਵੱਡੇ ਧਾਰਮਿਕ ਗ੍ਰੰਥ, ਜਿਵੇਂ ਮਹਾਭਾਰਤ ਹੈ, ਇਹਨੂੰ ਬ੍ਰਿਜ ਭਾਸ਼ਾ ਦੇ ਵਿੱਚ ਉਲੱਥਾ ਕਰ ਦਿੱਤਾ ਸੀ। ਅੱਗੇ ਦੇ ਘਰ ਦੇ ਵਿੱਚ ਉਹ ਜਿਹਾ ਹੀ ਕੁਇਰ ਨਾਮ ਦਾ ਪੁੱਤਰ ਜਦੋਂ ਪੈਦਾ ਹੋਇਆ, ਪੜ੍ਹ ਲੈ ਕਰਕੇ ਇਹ ਵੀ ਇਲਮ ਦੇ ਵਿੱਚ ਬੜਾ ਸਿਆਣਾ ਬਣ ਗਿਆ ਸੀ। ਇਹਦੀ ਸੋਭਾ ਵਡਿਆਈ ਪਬਲਿਕ ਦੇ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਪਾਸ ਕੀਤੀ ਵੀ ਪੜ੍ਹਾਈ, ਤਾਂ ਸਿਆਣਾ ਪੜ੍ਹਿਆ ਲਿਖਿਆ ਲਿਖਾਰੀ ਵਿਦਵਾਨ ਹੈ। ਕਹਿਣ ਲੱਗਿਆ ਵੀ ਇਹ ਇਹੋ ਜਿਹਾ ਫਿਰ ਹਿੰਦੂ ਮਤ ਦੇ ਵਿੱਚ ਤਾਂ ਰਹਿਣਾ ਨਹੀਂ ਚਾਹੀਦਾ, ਇਹਨੂੰ ਆਪਾਂ ਨੇ ਕਲਮਾ ਪੜ੍ਹਾ ਦੇਣੀਆਂ ਹਨ। ਜਦੋਂ ਇਹ ਖਬਰ ਇਹਦੇ ਪਾਸ ਪਹੁੰਚੀ, ਆਪਣਾ ਧਰਮ ਬਚਾਉਣ ਦੇ ਲਈ ਸੋਚਿਆ ਵੀ ਅੱਜ ਬਾਦਸ਼ਾਹ ਔਰੰਗਜ਼ੇਬ ਦਾ ਚਾਰੇ ਪਾਸੇ ਬੜਾ ਤੇਜ਼ ਤਪਣ ਲੱਗ ਪਿਆ। ਚਾਹੇ ਕੋਈ ਨਵਾਬ ਹੈ, ਸੂਬਾ ਹੈ, ਉਹ ਵੱਡੇ ਵੱਡੇ ਜਿਹੜੇ ਰਾਣੇ ਰਾਜਪੂਤ, ਇਹ ਤਾਂ ਬਾਦਸ਼ਾਹ ਔਰੰਗਜ਼ੇਬ ਤੋਂ ਬੜੇ ਡਰਦੇ ਹਨ। ਕਿਸੇ ਨੇ ਵੀ ਆਪਣੇ ਰਾਜ ਭਾਗ ਦੀਆਂ ਹੱਦਾਂ ਦੇ ਅੰਦਰ ਮੈਨੂੰ ਰਹਿ ਨਹੀਂ ਦੇਣਾ। ਫਿਰ ਇਸ ਨੂੰ ਗੋਬਿੰਦ ਰਾਏ ਜੀ ਦੇ ਬਾਰੇ ਪਤਾ ਲੱਗਿਆ
ਕਿ ਸਤਿਗੁਰੂ ਜੀ ਨੇ ਬੜੇ ਬੇਪਰਵਾਹ ਮਹਾਨ ਕਰਾਮਾਤਾਂ ਸ਼ਕਤੀਆਂ ਦੇ ਮਾਲਕ, ਜਿਵੇਂ ਬਾਦਸ਼ਾਹ ਔਰੰਗਜ਼ੇਬ ਬੜਾ ਬਲਵਾਨ ਹੈ, ਜ਼ੋਰਾਵਰ ਹੋ ਚੁੱਕਿਆ ਚਾਰੇ ਪਾਸੇ, ਇਸੇ ਤਰ੍ਹਾਂ ਦੀ ਜਿਹੜੀ ਸ਼ਕਤੀ, ਇਹੋ ਜਿਹਾ ਬਲ ਜੋਰ ਸਤਿਗੁਰੂ ਜੀ ਨੇ ਵੀ ਧਾਰਨ ਕੀਤਾ ਹੋਇਆ ਹੈ। ਇਹ ਵੀ ਚਾਰੇ ਪਾਸਿਆਂ ਤੋਂ ਨਿਰਾਸ਼ ਹੋ ਕਰਕੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ। ਮਹਾਰਾਜ ਨੇ ਇਹਦੇ 5 ਰੁਪਏ ਰੋਜ਼ ਦੇ ਬੰਨ ਦਿੱਤੇ ਸੀ। ਕਦੇ ਕਦੇ ਸਤਿਗੁਰੂ ਜੀ ਮੌਤ ਦੇ ਵਿੱਚ ਆ ਕਰਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਧਨ ਜਿਹੜਾ ਕਵੀਆਂ ਨੂੰ, ਵਿਦਵਾਨਾਂ ਨੂੰ ਬਖਸ਼ ਦਿੰਦੇ ਸੀ। ਸੁਣ ਕਰਕੇ ਜਿਹੜੇ 52 ਲਿਖਾਰੀਆਂ ਦੀ ਜਿਹੜੀ ਗਿਣਤੀ ਇਤਿਹਾਸ ਦੇ ਵਿੱਚ ਆਉਂਦੀ ਹੈ, ਇਸੇ ਤਰ੍ਹਾਂ 7 ਬਹੁਤ ਵੱਡੇ ਮਹਾਨ ਸੰਸਕ੍ਰਿਤ ਦੇ ਵਿਦਵਾਨ ਇਹ ਵੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਰਹਿਣ ਲੱਗ ਪਏ ਹਨ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਦੇ ਮੁਤਾਬਕ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਵੀ ਕਈ ਦਫਾ ਇਹਨਾਂ ਦੀ ਜਿਹੜੀ ਗਿਣਤੀ ਘੱਟ ਵੱਧ ਵੀ ਜਾਂਦੀ। ਬਹੁਤ ਸਾਰੇ ਛੁੱਟੀ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਵੀ ਚਲੇ ਜਾਂਦੇ ਸੀ। ਫਿਰ ਆਪਣੇ ਬਾਲ ਬੱਚੇ ਨੂੰ ਮਿਲ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਣਾ। ਮਾਤਾ ਜੀਤਾ ਜੀ ਇਹ ਵੀ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਰ ਵਕਤ 8 ਪੈਰ ਰਾਤ ਦਿਨ ਤਤਪਰ ਰਹਿੰਦੇ ਹਨ। ਸੇਵਾ ਨੂੰ ਦੇ ਕਰਕੇ ਮਹਾਰਾਜ ਦੇ ਅੰਦਰ ਬੜੀਆਂ ਖੁਸ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਸਨ। ਮਾਤਾ ਜੀ ਹੋਰ ਲਾਲ ਮਹਾਰਾਜ ਦੇ ਚਰਨਾਂ 'ਚੋਂ ਪ੍ਰਾਪਤ ਕਰਨਾ ਚਾਹੁੰਦੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋ ਕਵੀਨ ਤੇ ਕਹਿ ਬਨਵਾਏ। ਸਤਿਗੁਰੂ ਜੀ ਨੇ ਪੁਰਾਤਨ ਬਹੁਤ ਵੱਡੇ ਵੱਡੇ ਜਿਹੜੇ ਸਨਾਤਨ ਮਤ ਦੇ ਧਾਰਮਿਕ ਗ੍ਰੰਥ ਸਨ, ਕਵੀਆਂ ਨੂੰ ਹੁਕਮ ਕਰਕੇ ਸਤਿਗੁਰੂ ਜੀ ਨੇ ਉਹਨਾਂ ਦਾ ਜਿਹੜਾ ਹੈ ਆਮ ਭਾਸ਼ਾ ਦੇ ਵਿੱਚ ਉਹ ਲੱਥਾ ਕਰਵਾਇਆ ਸੀ। ਅਨਕ ਛੰਦ ਸੁੰਦਰ ਬਿਦ ਗਾਏ। ਜਿਹੜੇ ਕਵੀ ਬੜੇ ਸੋਹਣੇ ਸੋਹਣੇ ਛੰਦ ਰਚ ਕਰਕੇ ਸਤਿਗੁਰੂ ਜੀ ਨੂੰ ਸੁਣਾਇਆ ਕਰਦੇ ਸਨ। ਸ਼੍ਰੀ ਅਜੀਤ ਸਿੰਘ ਆਨੰਦ ਬਿਲੰਦ। ਬਾਬਾ ਅਜੀਤ ਸਿੰਘ ਜੀ ਆਜੂ ਦੇ ਵਿੱਚ ਹੁਣ ਤੱਕ ਕਾਫੀ ਵਡੇਰੇ ਹੋ ਚੁੱਕੇ ਹਨ। ਦੇ ਕਰਕੇ ਸੰਗਤਾਂ ਦੇ ਵਿੱਚ ਬੜਾ ਆਨੰਦ, ਬੜੀ ਖੁਸ਼ੀ ਪੈਦਾ ਹੋ ਜਾਂਦੀ ਹੈ। ਜਿਹੜਾ ਵੀ ਕੋਈ ਮਾਈ ਭਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਦਰਸ਼ਨ ਕਰਦਾ ਹੈ। ਬੈਠੇ ਹੈ ਨਿਕਟ ਪਿਤਾ ਸੁਖ ਕੰਦ। ਕਈ ਦਫਾ ਆਪਣੇ ਗੁਰੂ ਪਿਤਾ ਸੁੱਖਾਂ ਦੇ ਦਾਤੇ ਮਹਾਰਾਜ ਦੇ ਚਰਨਾਂ 'ਚ ਵੀ ਵੱਡੇ ਸਾਹਿਬਜ਼ਾਦੇ ਜਾ ਕਰਕੇ ਬੈਠ ਜਾਂਦੇ ਹਨ। ਖੇਲਤ ਸ਼੍ਰੀ ਜੁਝਾਰ ਸਿੰਘ ਆਵੇ। ਦੂਜੇ ਨੰਬਰ 'ਤੇ ਬਾਬਾ ਜੁਝਾਰ ਸਿੰਘ ਇਹ ਵੀ ਖੇਲਦਿਆਂ ਕਈ ਦਫਾ ਆਪਣੇ ਗੁਰੂ ਪਿਤਾ ਦੇ ਦਰਬਾਰ ਦੇ ਵਿੱਚ ਪਹੁੰਚ ਜਾਇਆ ਕਰਦੇ ਸੀ। ਪਿਤਾ ਸਮੀਪ ਥਿਰ ਹੈ ਹਰ ਖਾਵੇ। ਜਦੋਂ ਵੀ ਆਪਣੇ ਗੁਰੂ ਪਿਤਾ ਦੇ ਦਰਸ਼ਨ ਕਰਨੇ, ਕਈ ਦਫਾ ਕਾਫੀ ਟਾਈਮ ਦੋਵੇਂ ਸਾਹਿਬਜ਼ਾਦੇ ਮਹਾਰਾਜ ਦੇ ਪਾਸ ਬੈਠ ਕਰਕੇ
ਬਤੀਤ ਕਰ ਦਿੰਦੇ ਸਨ। ਅੰਕ ਵਿਖੇ ਦਾਇਆ ਲੈ ਆਵਹਿ। ਜਿਹੜੇ ਗੁਰੂ ਕੇ ਲਾਲਾਂ ਦੀ ਸੇਵਾ ਕਰਨ ਵਾਸਤੇ ਦਾਈ ਔਰ ਦਾਇਆ ਮਹਾਰਾਜ ਨੇ ਰੱਖੇ ਹੋਏ ਸੀ, ਇਹ ਵੀ ਆਪਣੀ ਗੋਦ ਦੇ ਵਿੱਚ ਚੁੱਕ ਕਰਕੇ ਰੱਖਦੇ ਹਨ। ਸ਼੍ਰੀ ਜੋਰਾਵਰ ਸਿੰਘ ਸੁਹਾਵਹਿ। ਇਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ ਜੀ, ਇਹ ਅਜੇ ਉਮਰ ਦੇ ਵਿੱਚ ਕਾਫੀ ਛੋਟੇ ਹਨ। ਹੇਰ ਹੇਰ ਹੋਵਤ ਬਲਿਹਾਰੀ। ਜਗਤ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਨੂੰ ਦੇ ਕਰਕੇ ਬਾਰ-ਬਾਰ ਬਲਿਹਾਰ ਕੁਰਬਾਨ ਜਾਂਦੇ ਹਨ। ਕਰਹਿ ਸਰਾਹਨ ਬਹੁ ਨਰ ਨਾਰੀ। ਜਿਹੜਾ ਵੀ ਕੋਈ ਪ੍ਰੇਮੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਚੱਲ ਕਰਕੇ ਆਉਂਦਾ ਹੈ, ਜਿਨ੍ਹਾਂ ਨੂੰ ਦਰਸ਼ਨ ਹੋ ਗਏ, ਉਹ ਫਿਰ ਸਤਿਗੁਰੂ ਜੀ ਦੇ ਲਾਲਾਂ ਦੀ ਜਿਹੜੀ ਵਡਿਆਈ ਸੋਭਾ ਆਪਣੇ ਆਪ ਹੀ ਜ਼ੁਬਾਨ ਤੋਂ ਕਰਨ ਲੱਗ ਜਾਂਦੇ ਸਨ। ਜੇਵਰ ਜਬਰ ਜੋਤ ਜਿਨ ਜ਼ਾਹਰ। ਇਹ ਉਹ ਜੇ ਮਹਿੰਗੇ ਮਹਿੰਗੇ ਗਹਿਣੇ ਜਿਨ੍ਹਾਂ ਦੇ ਵਿੱਚ ਹੀਰੇ ਜ਼ਵਾਰ ਆਦਿਕ ਸੋਨੇ ਦੇ ਵਿੱਚ ਜੋ ਵੀ ਗੁਰ ਸਿੱਖਾਂ ਨੇ ਜੜਵਾ ਕਰਕੇ ਲਿਆਂਦੇ ਸੀ। ਜਗਮਗ ਜ਼ਾਹਰ ਜਰੇ ਜਵਾਹਰ। ਜਿਨ੍ਹਾਂ ਸੋਨਿਆਂ ਦੇ ਗਹਿਣਿਆਂ ਦੇ ਵਿੱਚ ਹੀਰੇ ਜ਼ਵਾਰ ਮੋਤੀਆਂ ਦੀਆਂ ਨਿੱਕੀਆਂ ਨਿੱਕੀਆਂ ਲੱਗੀਆਂ ਹੋਈਆਂ ਕਣੀਆਂ ਦੇ ਵਿੱਚੋਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਰੋਸ਼ਨੀਆਂ ਲਾਈਟਾਂ ਵੀ ਨਿਕਲ ਰਹੀਆਂ ਹਨ। ਸ਼੍ਰੀ ਜੀਤੋ ਕੀ ਬਹੁ ਅਭਿਲਾਖਾ। ਜਦੋਂ ਮਾਤਾ ਜੀਤਾ ਜੀ ਦੇ ਮਨ ਦੇ ਅੰਦਰ ਇੱਕ ਬਹੁਤ ਤੀਵਰ ਇੱਛਾ ਪੈਦਾ ਹੋ ਗਈ ਹੈ। ਗੁਰਪਤ ਵਿਖੇ ਭਾਵ ਨਿਤ ਰੱਖਾ। ਹੁਣ ਮਾਤਾ ਜੀ ਨੇ ਪਤੀ ਪਰਮੇਸ਼ਰ ਦੇ ਉੱਤੇ ਬਹੁਤ ਵੱਡਾ ਯਕੀਨ ਭਰੋਸਾ ਜਦੋਂ ਧਾਰਨ ਕੀਤਾ ਹੋਇਆ ਸੀ। ਮਨ ਹੈ ਸਦਾ ਜਥਾ ਪ੍ਰਭ ਕਹੈ। ਹੁਣ ਮਾਤਾ ਜੀ ਵੀ ਦੀਨ ਦੁਨੀਆ ਦੇ ਮਾਲਕ ਦੀ ਹਰ ਵਕਤ ਜਿਹੜੀ ਆਗਿਆ ਬੜੇ ਪਿਆਰ ਸਤਿਕਾਰ ਦੇ ਨਾਲ ਮੰਨਦੇ ਹਨ। ਜੋ ਵੀ ਬਚਨ ਗੋਬਿੰਦ ਰਾਏ ਜੀ ਨੇ ਕਹਿਤਾ, ਉਸ ਦੇ ਉੱਪਰ ਮਾਤਾ ਜੀ ਪੈਰਾ ਵੀ ਦਿਆ ਕਰਦੇ ਸੀ। ਤਿਮ ਸੇਵਤ ਸਤ ਸੰਗਤ ਰਹੈ। ਉਸੇ ਤਰ੍ਹਾਂ ਮਾਤਾ ਜੀ ਜਿਹੜੇ ਨਾ ਦੂਰੋਂ ਆਏ ਹੋਏ ਨਾਮ ਰਸੀਏ ਬ੍ਰਹਮ ਬੈਤੇ ਗੁਰਸਿੱਖਾਂ ਦੀ ਵੀ ਬੜੀ ਭਾਵਨਾ ਦੇ ਨਾਲ ਸੇਵਾ ਕਰਿਆ ਕਰਦੇ ਸਨ। ਪਤ ਮੂਰਤ ਕੋ ਹਿਰਦੈ ਬਸਾਵੈ। ਸਤਿਗੁਰੂ ਜੀ ਦਾ ਜਿਹੜਾ ਪਾਵਨ ਸਰੂਪ, ਉਹਨੂੰ ਵੀ ਮਾਤਾ ਜੀ ਨੇ ਆਪਣੇ ਹਿਰਦੇ ਦੇ ਅੰਦਰ ਸਦਾ ਦੇ ਲਈ ਵਸਾਇਆ ਹੋਇਆ ਸੀ। ਥਿਰ ਕਰ ਮਨ ਕੋ ਮੋਦ ਉਪਾਵੈ। ਹਰ ਵਕਤ ਮਾਤਾ ਜੀ ਦਾ ਜਿਹੜਾ ਮਨ ਉਹ ਮਹਾਰਾਜ ਦੇ ਚਰਨਾਂ ਦੇ ਨਾਲ ਰਾਤ ਦਿਨ ਜੁੜਿਆ ਹੀ ਰਹਿੰਦਾ ਹੈ। ਬਹੁ ਵਿਲਾਖਾ ਲੱਖ ਕਰ ਸੁਆਮੀ। ਜਦੋਂ ਜਗ ਦੇ ਮਾਲਕ ਨੇ ਦੇ ਲਿਆ ਵੀ ਇਹਨਾਂ ਦੇ ਮਨ ਦੇ ਅੰਦਰ ਅਜੇ ਹੋਰ ਸਾਹਿਬਜ਼ਾਦੇ ਦੀ ਦਾਤ ਪ੍ਰਾਪਤ ਕਰਨ ਦੇ ਲਈ ਸੇਵਾ ਕਰਦਿਆਂ ਇਹ ਕਾਮਨਾ ਪੈਦਾ ਹੋ ਚੁੱਕੀ ਹੈ। ਤਿਸ ਕੇ ਮੰਦਿਰ ਅੰਤਰ ਜਾਮੀ। ਹੁਣ ਸਤਿਗੁਰੂ ਜੀ ਮਾਤਾ ਜੀ ਦੇ ਮਨ ਦੀ ਜਿਹੜੀ ਵਲੇਖਾ ਜੋ ਫੁਰਨਾ ਪੈਦਾ ਹੋ ਚੁੱਕਿਆ, ਉਸ ਨੂੰ ਪੂਰਾ ਵੀ ਕਰਨਾ ਚਾਹੁੰਦੇ ਹਨ। ਵਾਰ ਸਨਿਸ਼ਚਰ ਕੀ ਨਿਸ ਜਬੈ। ਜਦੋਂ ਸਨਿਚਰ ਵਾਰ ਦਾ ਦਿਨ ਚੜ੍ਹਿਆ, ਸਤਿਗੁਰੂ ਜੀ ਤਾਂ ਇਹੋ ਜਿਹੀਆਂ ਜਿਹੜੀਆਂ ਮਹਾਨ ਦਾਤਾਂ ਭਾਵੇਂ ਮਾਤਾ ਜੀ ਨੂੰ ਵੀ ਪ੍ਰਾਪਤ ਹੋਈਆਂ ਨੇ, ਉੱਥੇ ਪਤਾ ਨਹੀਂ ਗੁਰ ਸਿੱਖ ਵੀ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਜੋ ਵੀ ਚਾਹੇ ਦੁੱਧ ਹੈ ਪੁੱਤ ਹੈ, ਕਿਸੇ ਨੇ ਮਾਇਆ ਲੈਣੀ ਹੈ, ਫਿਰ ਮਹਾਰਾਜ ਦੇ ਅੱਗੇ ਬੇਨਤੀ ਜੋ ਵੀ ਮੇਵੜੇ ਨੇ ਕਰਨੀ, ਸਤਿਗੁਰੂ ਜੀ ਦਰੈਟੀ ਪਾ ਕਰਕੇ ਆਪਣੇ ਪੈਰੋਕਾਰਾਂ ਨੂੰ, ਆਪਣੇ ਸੇਵਕਾਂ ਦਾਸਾਂ ਨੂੰ ਦੁੱਧ ਔਰ ਪੁੱਤ ਦੀਆਂ ਬਹੁਤ ਵੱਡੀਆਂ ਮਹਾਨ ਦਾਤਾਂ ਬਖਸ਼ਾ ਦਿੰਦੇ ਸਨ। ਕਰਕੇ ਮੰਗਲ ਅਨਕ ਪ੍ਰਕਾਰੇ। ਇਸੇ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਮਾਤਾ ਜੀ ਵੀ ਮਹਾਰਾਜ ਦੇ ਚਰਨਾਂ 'ਚੋਂ ਪ੍ਰਾਪਤ ਕਰਨਾ ਚਾਹੁੰਦੇ ਹਨ। ਸੇਵਹਿ ਚਰਨ ਕਮਲ ਹਿਤ ਧਾਰੇ। ਹਿਤ ਧਾਰੇ ਬੜਾ ਹਿਤ ਪ੍ਰੇਮ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨ ਦਾ ਜਿਹੜਾ ਮਾਤਾ ਜੀ ਦੇ ਹਿਰਦੇ ਦੇ ਅੰਦਰ ਵੱਧ ਚੁੱਕਿਆ ਹੈ। ਚੌਥੀ ਵਾਰ ਆਨੰਦ ਚੌਥੇ ਹਿਤ। ਹੁਣ ਸਤਿਗੁਰੂ ਜੀ ਨੇ ਤਿੰਨ ਸਾਹਿਬਜ਼ਾਦੇ
ਮਾਤਾ ਜੀਤ ਕੌਰ ਨੂੰ, ਇੱਕ ਸਾਹਿਬਜ਼ਾਦਾ ਪਹਿਲਾਂ ਮਾਤਾ ਸੁੰਦਰ ਕੌਰ ਜੀ ਨੂੰ ਪ੍ਰਾਪਤ ਹੋ ਚੁੱਕਿਆ ਹੈ। ਨਿਜ ਘਰ ਬਸੇ ਆਨੰਦ ਦੈਬੇ ਹਿਤ। 4 ਦਫਾ ਮਹਾਰਾਜ ਜੀ ਮੇਰਾ ਪੂਰੀ ਦ੍ਰਿਸ਼ਟੀ ਮਾਤਾਵਾਂ ਦੇ ਉੱਪਰ ਪਾ ਦਿੱਤੀ ਹੈ। ਪੰਚਮ ਬੇਰ ਨ ਬਸੇ ਗੁਸਾਈ। 5ਵੀਂ ਦਫਾ ਦਾ ਫਿਰ ਸਤਿਗੁਰੂ ਜੀ ਨੇ ਉਸ ਤੋਂ ਬਾਅਦ ਸਦਾ ਦੇ ਲਈ ਆਪਣੀ ਜ਼ਿੰਦਗੀ ਦੇ ਅੰਦਰ ਬ੍ਰਹਮਚਰਜ ਧਾਰਨ ਕਰ ਲਿਆ ਸੀ। ਬ੍ਰਹਮਚਰਜ ਧਰ ਬੈਸ ਬਿਤਾਈ। ਸਾਰੀ ਜਿਹੜੀ ਜ਼ਿੰਦਗੀ ਸਾਰੀ ਉਮਰ ਗੋਬਿੰਦ ਰਾਏ ਜੀ ਨੇ ਫਿਰ ਬ੍ਰਹਮਚਰਜ ਦੇ ਵਿੱਚ ਰਹਿ ਕਰਕੇ ਹੀ ਬਤੀਤ ਕੀਤੀ ਹੈ। ਇੱਕ ਸੀਤਾ ਬਿਨ ਜਿਮ ਰਘੁਬੀਰ। ਜੈ ਤਰ੍ਹਾਂ ਸੀਤਾ ਜੀ ਨੇ ਵੀ ਭਗਵਾਨ ਰਾਮਚੰਦਰ ਜੀ ਦੇ ਉੱਪਰ ਕਿਤਨੀ ਸ਼ਰਧਾ, ਕਿਤਨਾ ਵਿਸ਼ਵਾਸ, ਯਕੀਨ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੋਇਆ ਸੀ। ਰੁਖ ਭੋਜਨ ਪੋਮ ਸੈਨ ਪ੍ਰੈਸੰਗ ਸਖੀ ਬਿਹਾਤ। ਜਦੋਂ ਭਗਵਾਨ ਜੀ 14 ਸਾਲਾਂ ਦਾ ਵਣਵਾਸ ਕੱਟਣ ਵਾਸਤੇ ਤਿਆਰ ਹੋਏ, ਉਸ ਸਮੇਂ ਲక్ష్మణ ਜੀ ਤੇ ਮਾਤਾ ਸੀਤਾ ਜੀ ਨਿਹਾਲ ਤੋਂ ਤਿਆਰ ਹੋ ਕੇ ਵੀ ਅਸੀਂ ਤਾਂ ਤੁਹਾਡੇ ਚਰਨਾਂ 'ਚ ਹੀ ਰੋਈਆਂ ਬੀਆਬਾਨਾਂ ਦੇ ਵਿੱਚ ਰਹਿ ਕਰਕੇ ਆਪਣਾ ਜਿਹੜਾ ਜੀਵਨ ਬਤੀਤ ਕਰਨਾ ਹੈ। ਰੁਖ ਭੋਜਨ ਪੋਮ ਸੈਨ ਪ੍ਰੈਸੰਗ ਸਖੀ ਬਿਹਾਤ। ਭਗਵਾਨ ਜੀ ਕਹਿਣ ਲੱਗੇ ਵੀ ਸੋਚ ਲਓ, ਉੱਥੇ ਤਾਂ ਕਦੇ ਭੋਜਨ ਮਿਲ ਗਿਆ, ਕਦੇ ਨਾ ਮਿਲ ਗਿਆ, ਰੁੱਖਾ ਮਿੱਸਾ ਖਾ ਕਰ ਗਈ ਗੁਜ਼ਾਰਾ ਕਰਨਾ ਪਊ। ਇਸੇ ਤਰ੍ਹਾਂ ਇੱਥੇ ਤਾਂ ਹੁਣ ਮਖਮਲੀ ਸਹਿਜਾਂ ਆਰਾਮ ਕਰਨ ਦੇ ਲਈ ਪ੍ਰਾਪਤ ਹੁੰਦੀਆਂ ਨੇ ਨਾ ਰੋਜ਼ਾਨਾ ਹੀ। ਵੱਡੇ ਵੱਡੇ ਮਹਿਲਾਂ ਦੇ ਵਿੱਚ ਕਿਤਨੇ ਸੁੱਖ ਪ੍ਰਾਪਤ ਹੋ ਰਹੇ ਹਨ। ਉੱਥੇ ਦਾ ਫਿਰ ਕਈ ਦਫਾ ਜਿਹੜੀ ਪੱਤਿਆਂ ਦੀ ਘਾਹ ਦੀ ਕੁਛਾ ਬਣਾ ਕਰਕੇ ਟਾਈਮ ਬਤੀਤ ਕਰਨਾ ਪਊ। ਪਰ ਉਸ ਸਮੇਂ ਕਹਿ ਲਗੇ ਮਹਾਰਾਜ ਆਪਦੇ ਚਰਨਾਂ 'ਚ ਜੇ ਮੈਨੂੰ ਕੋਈ ਰੁੱਖਾ ਮਿੱਸਾ ਛਕਣ ਦੇ ਲਈ ਮਿਲ ਗਿਆ ਨਾ, ਰੁੱਖ ਭੋਜਨ ਪੋਮ ਸੈਨ, ਵੀ ਮੈਨੂੰ ਤਾਂ ਹੋਈ 36 ਪ੍ਰਕਾਰ ਦੇ ਪਦਾਰਥਾਂ ਦੇ ਸਮਾਨ ਹੈ। ਅਗਰ ਕਿਤੇ ਰੋੜਾਂ 'ਤੇ ਪੈਣਾ ਪੈ ਗਿਆ ਤਾਂ ਵੀ ਮੈਨੂੰ ਇਹੋ ਜਿਹਾ ਕੋਈ ਦੁੱਖ ਕਸ਼ਟ ਮਹਿਸੂਸ ਨਹੀਂ ਹੋਏਗਾ। ਇਹ ਜਿਹੜਾ ਆਨੰਦ, ਜਿਹੜੀਆਂ ਖੁਸ਼ੀਆਂ ਆਪਦੇ ਚਰਨਾਂ ਦੇ ਵਿੱਚ ਮਿਲਣੀਆਂ ਹਨ, ਉਹ ਜਿਹੜੇ ਖੇੜੇ ਉਹ ਆਨੰਦ ਇੱਥੇ ਵੱਡੇ ਵੱਡੇ ਰਾਜ ਮਹਿਲਾਂ ਦੇ ਵਿੱਚ ਮੈਨੂੰ ਕਦੇ ਵੀ ਪ੍ਰਾਪਤ ਨਹੀਂ ਹੋਣੇ ਹਨ। ਇਹੋ ਜਿਹੀ ਜਿਹੜੀ ਸ਼ਰਧਾ, ਇਹੋ ਜਿਹੀ ਭਾਵਨਾ, ਇਹੋ ਜਿਹਾ ਵਿਸ਼ਵਾਸ ਮਾਤਾ ਜੀ ਦੇ ਅੰਦਰ ਵੀ ਬੜਾ ਪੈਦਾ ਹੋ ਚੁੱਕਿਆ ਸੀ। ਸਰਬ ਆਰਬਲ ਰਾਖੀ ਧੀਰ। ਜਿਵੇਂ ਸੀਤਾ ਜੀ ਨੇ ਵੀ ਸਾਰੀ ਉਮਰ ਮਨ ਦੇ ਵਿੱਚ ਬੜੀ ਧੀਰਜ ਤੇ ਬੜਾ ਵਿਸ਼ਵਾਸ ਧਾਰਨ ਕਰਕੇ ਰੱਖਿਆ ਸੀ। ਪ੍ਰਾਤ ਆਏ ਕਰ ਸੌਚ ਇਸ਼ਨਾਨੇ। ਇਸੇ ਤਰ੍ਹਾਂ ਹੋਰ ਮਾਤਾ ਜੀ ਨੇ ਵੀ ਮਹਾਰਾਜ ਦੇ ਚਰਨ ਜਿਹੜੇ ਸਦਾ ਦੇ ਲਈ ਆਪਣੇ ਮਨ ਦੇ ਅੰਦਰ ਵਸਾਏ ਹੋਏ ਸਨ। ਜੀਤੋ ਗਰਭ ਧਰਿਓ ਸਭ ਜਾਣੇ। ਜਦੋਂ ਸੰਗਤਾਂ ਨੂੰ ਇਸ ਹਕੀਕਤ ਦੇ ਬਾਰੇ ਹੌਲੀ ਹੌਲੀ ਪਤਾ ਲੱਗਿਆ ਵੀ ਹੁਣ ਸਤਿਗੁਰੂ ਜੀ ਨੇ ਮਾਤਾ ਜੀ ਦੇ ਉੱਪਰ ਫਿਰ ਇੱਕ ਸਾਹਿਬਜ਼ਾਦੇ ਦੀ ਦਾਤ ਬਖਸ਼ਣ ਦੇ ਲਈ ਬੜੀਆਂ ਰਹਿਮਤਾਂ ਕਰ ਦਿੱਤੀਆਂ ਹਨ। ਕਰੇ ਬਿਤਾਵਨ ਨਵਮ ਮਹੀਨੇ। ਜਦੋਂ ਬੱਚੇ ਦੇ ਜਨਮ ਹੋਣ ਦਾ ਜਿਹੜਾ ਟਾਈਮ ਪੂਰਾ ਹੋ ਚੁੱਕਿਆ ਸੀ, ਫਾਗਨ ਸੁਧ ਬੁੱਧਵਾਰ ਸੋਚੀਨੇ। ਮਾਤਾ ਜੀ ਨੇ ਇਸੇ ਤਰ੍ਹਾਂ ਸਾਹਿਬਜ਼ਾਦੇ ਦੀ ਦਾਤ ਪ੍ਰਾਪਤ ਕਰਨ ਵਾਸਤੇ ਜੋ ਵੀ 9 ਮਹੀਨੇ ਦੀਆਂ ਵੱਡੀਆਂ ਵੱਡੀਆਂ ਆਸਾਂ ਮਨ ਦੇ ਅੰਦਰ ਪੈਦਾ ਹੋ ਚੁੱਕੀਆਂ ਸਨ। ਸੰਮਤ ਹੁਤੋ 17 ਸਈਆ। ਫੱਗਣ ਦਾ ਮਹੀਨਾ ਚੜ੍ਹ ਚੁੱਕੀ ਹੈ। ਫੱਗਣ ਦੇ ਮਹੀਨੇ ਦੇ ਵਿੱਚ ਜਿਹੜੀ ਬਸੰਤ ਰੁੱਤ ਵੀ ਪ੍ਰਵਿਰਤ ਹੋ ਜਾਂਦੀ ਹੈ। 1700 ਜਿਹੜਾ ਸਨ ਉਹ ਵੀ ਆਰੰਭ ਹੋ ਚੁੱਕਿਆ ਸੀ। 55 ਉੱਪਰ ਬਿਤਵਈਆ। 1755
ਬਿਕਰਮੀ ਸੰਮਤ ਇਸ ਟਾਈਮ ਤੇ ਪੂਰਾ ਹੋ ਚੁੱਕਿਆ ਹੈ। ਚਤੁਰਥ ਪੁੱਤਰ ਜਨਮ ਕੋ ਲੀਨਾ। ਉਹ ਸਮੇਂ ਫਿਰ ਸਤਿਗੁਰੂ ਜੀ ਦੇ ਬੜੇ ਸੁੰਦਰ ਮਹਿਲਾਂ 'ਚ ਚੌਥੇ ਸਾਹਿਬਜ਼ਾਦੇ ਨੇ ਜਨਮ ਧਾਰਨ ਕੀਤਾ ਸੀ। ਬੱਜੀ ਵਧਾਈ ਉਮਗ ਨਵੀਨਾ। ਹੁਣ ਚਾਰੇ ਪਾਸੇ ਗੁਰੂ ਘਰ ਦੇ ਵਿੱਚ ਬੜੀਆਂ ਜਿਹੜੀਆਂ ਵਧਾਈਆਂ ਹੋਣ ਲੱਗ ਪਈਆਂ ਹਨ। ਤਿਥ ਇਕਾਦਸ਼ੀ ਉਤਸਵ ਕਿਤੋ। ਇਕਾਦਸ਼ੀ ਤੈਥਨੋ ਜਗਤ ਮਾਤਾ ਗੁਜਰ ਕੌਰ ਜੀ ਨੇ ਜਿਵੇਂ ਪਹਿਲੇ ਪੋਤਰਿਆਂ ਦੇ ਸਮਾਨ ਬੜੇ ਮੰਗਲਾਚਾਰ ਬੜੇ ਉਤਸ਼ਾਹ ਕਰਵਾਏ, ਹੁਣ ਚੌਥਾ ਜਿਹੜਾ ਪੋਤਰਾ ਮਾਤਾ ਜੀ ਦੇ ਸੋਹਣੇ ਮਹਿਲਾਂ 'ਚ ਪੈਦਾ ਹੋਣ ਲੱਗਿਆ ਸੀ। ਤਬ ਨਖਤਰ ਅਨੁਰਾਧਾ ਹੁਤੋ। ਉਹ ਸਮੇਂ ਜਿਹੜਾ 27 ਨਛੱਤਰਾਂ ਦੇ ਵਿੱਚੋਂ ਅਨੁਰਾਧਾ ਨਾਮ ਦਾ ਨਛੱਤਰ ਹੈ ਸਾਰਿਆਂ ਨਾਲੋਂ ਉੱਤਮ ਅਤੇ ਸਾਰਿਆਂ ਨਾਲੋਂ ਸ਼੍ਰੇਸ਼ਟ ਮੰਨਿਆ ਗਿਆ ਹੈ। ਤੀਨ ਪੁੱਤਰ ਸ਼੍ਰੀ ਜੀਤੋ ਕੇਰੇ। ਤਿੰਨ ਸਾਹਿਬਜ਼ਾਦੇ ਮਾਤਾ ਜੀਤ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ। ਤੀਨ ਅਗਨ ਤਨ ਦਿਪਤ ਵਡੇਰੇ। ਇਉਂ ਲੱਗਦਾ ਸੀ ਵੀ ਜਿਹਨੇ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਅਗਨੀਆਂ ਧਰਤੀ ਦੇ ਉੱਪਰ ਪੈਦਾ ਹੋ ਗਈਆਂ ਹਨ। ਇੱਕ ਦੱਖਣਾ ਤੇ ਗ੍ਰਾਹੇ ਪਤਿਐ ਬੀਜੀ। ਇਸੇ ਤਰ੍ਹਾਂ ਇੱਕ ਦੱਖਣਾ ਨਾਮ ਦੀ ਪ੍ਰਾਤः ਗ੍ਰਹਿ, ਇਹ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਅਗਨੀਆਂ ਸਨਾਤਨ ਮਤ ਦੇ ਵਿੱਚ ਬੜੀਆਂ ਜਿਹੜੀਆਂ ਸ਼੍ਰੇਸ਼ਟ ਮੰਨੀਆਂ ਗਈਆਂ ਨੇ। ਪਹਿਲੇ ਨੰਬਰ 'ਤੇ ਪ੍ਰਾਤः ਗ੍ਰਹਿ, ਵੀ ਜਦੋਂ ਬਹੁਤ ਵੱਡਾ ਕੋਈ ਜਗ ਜਾਂ ਹਵਨ ਆਰੰਭ ਕਰਨਾ ਹੋਵੇ, ਪ੍ਰਾਤः ਗ੍ਰਹਿ ਜਿਹੜੀ ਨਾਮ ਦੀ ਅਗਨੀ ਹੈ, ਇਸ ਦੇ ਨਾਲ ਜੋ ਵੀ ਜਗ ਦੇ ਵਿੱਚ ਵੱਡੇ ਵੱਡੇ ਬਰਤਨ ਉਹਨਾਂ ਨੂੰ ਗਰਮ ਪਾਣੀ ਦੇ ਨਾਲ ਸਾਫ਼ ਕਰਨ ਦੇ ਲਈ ਪ੍ਰਾਤः ਗ੍ਰਹਿ ਇਸ ਅਗਨੀ ਨੂੰ ਵਰਤਿਆ ਜਾਂਦਾ ਹੈ। ਜੋ ਵੀ ਇਹੋ ਜਿਹੇ ਵੱਡੇ ਵੱਡੇ ਜਗ ਜਾਂ ਹਵਨਾਂ ਦੇ ਮੌਕੇ 'ਤੇ ਦਾਲਾਂ ਸਬਜ਼ੀਆਂ ਜੋ ਵੀ ਪਬਲਿਕ ਦੇ ਖਾਣ ਦੇ ਲਈ ਪਦਾਰਥ ਤਕਰੀਬਨ ਜੋ ਪ੍ਰਾਤः ਗ੍ਰਹਿ ਇਸ ਅਗਨ ਦੇ ਨਾਲ ਹੀ ਸਾਰੀਆਂ ਚੀਜ਼ਾਂ ਵਸਤੂਆਂ ਜਗ ਕਰਨ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਨੇ। ਦੂਜੇ ਨੰਬਰ 'ਤੇ ਦਕਸ਼ਾ ਅਗਨ, ਵੀ ਜਦੋਂ ਹਵਨ ਕਰਨ ਵਾਲੇ ਕੋਈ ਨਾ ਕੋਈ ਮੰਡਪ ਜਾਂ ਬਹੁਤ ਵੱਡਾ ਮਕਾਨ ਪਹਿਲਾਂ ਚੁਣਨੀ ਪੈਂਦਾ ਵੀ ਫਲਾਣੇ ਮੰਡਪ ਦੇ ਵਿੱਚ ਇਤਨਾ ਵੱਡਾ ਹਵਨ ਕੀਤਾ ਜਾਏਗਾ। ਪ੍ਰਾਤः ਗ੍ਰਹਿ ਜਿਹੜੀ ਨਾਮ ਦੀ ਅਗਨ, ਇਹਨੂੰ ਫਿਰ ਉਸ ਸਮੇਂ ਇੱਕ ਪਾਸੇ ਦਕਸ਼ਣ ਨਾਮ ਦੀ ਜਿਹੜੀ ਅਗਨਾ ਉਹਨੂੰ ਫਿਰ ਦੱਖਣ ਦੀ ਵਾਈ ਦੇ ਵੱਲ ਟਿਕਾ ਦਿੰਦੇ ਹਨ। ਮਹਾਪ੍ਰਸਥ ਅਵਤਰੀ ਸੋ ਤੀਜੀ। ਇਸੇ ਤਰ੍ਹਾਂ ਤੀਜੇ ਨੰਬਰ 'ਤੇ ਆਹਵਨੀय ਨਗਨੀ, ਇਹ ਵੀ ਹਵਨਾਂ ਦੇ ਵਿੱਚ ਹੀ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਪ੍ਰਾਤः ਅਗਨ, ਇਸ ਅਗਨੀ ਨੂੰ ਬਾਲ ਕਰਕੇ ਉਸ ਮੰਡਪ ਦੇ ਵਿੱਚ ਫਿਰ ਪੁੱਤਰ ਦੀ ਬਾਈ ਦੇ ਵੱਲ ਰੱਖ ਦਿੰਦੇ ਹਨ। ਇਹ ਤਿੰਨ ਪ੍ਰਕਾਰ ਦੀਆਂ ਜਿਹੜੀਆਂ ਅਗਨੀਆਂ ਮਾਨੋ ਆ ਦੁਨੀਆ ਦੇ ਅੰਦਰ ਪੈਦਾ ਹੋ ਚੁੱਕੀਆਂ ਹਨ। ਤੁਰਕਨ ਤੇਜ ਮਹਿਦ ਬਨ ਜੋਵਾ। ਸਤਿਗੁਰੂ ਜੀ ਨੇ ਆ ਜਿਹੜਾ ਤੁਰਕਾਂ ਦਾ ਤੇਜ ਰੂਪੀ ਬਨ ਬਹੁਤ ਵੱਡਾ ਫੈਲਿਆ ਹੋਇਆ ਜੰਗਲ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਸਾਹਮਣੇ ਦੇਖ ਲਿਆ ਸੀ। ਇਨ ਅਪਰਾਧ ਦਗਦ ਸੋ ਹੋਵਾ। ਗੋਬਿੰਦ ਰਾਏ ਜੀ ਨੂੰ ਭਵਿੱਖਤ ਸਮੇਂ ਦੇ ਬਾਰੇ ਪਤਾ ਹੈ ਵੀ ਜਦੋਂ ਵਜ਼ੀਦੇ ਵਰਗਿਆਂ ਨੇ ਗੁਰੂ ਕੇ ਲਾਲਾ ਨੂੰ ਸਰਹੰਦ ਦੀ ਧਰਤੀ ਦੇ ਉੱਪਰ ਨੀਹਾਂ ਦੇ ਵਿੱਚ ਚੁਣਨਾ ਹੈ, ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮਹਾਨ ਸ਼ਹਾਦਤਾਂ ਦੇਣੀਆਂ ਨੇ। ਇਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ,
ਇਹਨਾਂ ਨੂੰ ਫਿਰ ਜ਼ਾਲਮਾਂ ਨੇ ਨੀਹਾਂ ਦੇ ਵਿੱਚ ਚੁਣ ਦਿੱਤਾ ਸੀ ਵੀ ਉਹ ਜੇ ਵੱਡੇ ਵੱਡੇ ਜਦੋਂ ਅਪਰਾਧ ਇਹਨਾਂ ਤੁਰਕਾਂ ਔਰ ਵੱਡੇ ਵੱਡੇ ਜ਼ਾਲਮ ਪਾਪੀ ਸੂਬਿਆਂ ਨੇ ਕਰਨੇ ਨੇ, ਉਸ ਸਮੇਂ ਫਿਰ ਇਹਨਾਂ ਦਾ ਜਿਹੜਾ ਤੇਜ ਪ੍ਰਤਾਪ ਆਪਣੇ ਆਪ ਹੀ ਨਾਸ ਹੋ ਜਾਣਾ ਹੈ। ਸਿੰਘਨ ਕੇ ਦਾਰਿਦ ਬੜ ਸੀਤ। ਹੁਣ ਸਤਿਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਰਾਜ ਭਾਗ ਵਸ਼ ਕਰਕੇ ਇਹਨਾਂ ਦੀਆਂ ਦਲਿਦਰੀਆਂ, ਇਹਨਾਂ ਦੀਆਂ ਜਿਹੜੀਆਂ ਗਰੀਬੀਆਂ ਹੀ ਖਤਮ ਕਰ ਦੇਣੀਆਂ ਹਨ। ਇਨ ਤੇ ਸ਼ੀਗਰ ਗਇਓ ਬਹੁ ਬੀਤ। ਸਤਿਗੁਰੂ ਜੀ ਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦਾ ਤੇਜ ਸਹਿਜੇ ਸਹਿਜੇ ਆ ਧਰਤੀ ਤੋਂ ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਏਗਾ। ਮਾਤ ਸੁੰਦਰੀ ਕੋ ਸੁਤ ਸੂਰਾ। ਜੋ ਮਾਤਾ ਸੁੰਦਰ ਕੌਰ ਜੀ ਦਾ ਸਾਹਿਬਜ਼ਾਦਾ ਕਿਤਨੇ ਵੱਡੇ ਮਹਾਨ ਯੋਧੇ ਬਹਾਦਰ ਇਹਨਾਂ ਨੇ ਬਣਨਾ ਹੈ। ਸ਼ਸਤਰਨ ਕੀ ਵਿਦਿਆ ਮਹਿ ਪੂਰਾ। ਔਰ ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਬਚਪਨ ਤੋਂ ਹੀ ਇਹ ਜਿਹੜੀ ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਰਣ ਮਹਿ ਅਨਗਨ ਤੁਰਕ ਪ੍ਰਹਾਰੇ। ਜਿਨ੍ਹਾਂ ਨੇ ਵੱਡੇ ਵੱਡੇ ਮਹਾਨ ਯੁੱਧਾਂ ਦੇ ਵਿੱਚ ਪਤਾ ਨਹੀਂ ਕਿਤਨੇ ਹੋ ਜਾਏ ਜ਼ਾਲਮ ਪਾਪੀ ਤੁਰਕਾਂ ਮੁਗਲਾਂ ਪਠਾਣਾਂ ਦਾ ਨਾਸ ਕਰਨਾ ਹੈ। ਨਹਿ ਠਹਿਰਨ ਕੋ ਦੀਨ ਅਗਾਰੇ। ਜਦੋਂ ਵੀ ਕਿਤੇ ਬਾਬਾ ਅਜੀਤ ਸਿੰਘ ਜੀ ਜੰਗ ਦੇ ਵਿੱਚ ਸਾਹਮਣੇ ਆਇਆ ਕਰਦੇ, ਜਿਹੜੇ ਵੱਡੇ ਵੱਡੇ ਖੱਬੀ ਖਾਨ ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ, ਉਹਨਾਂ ਨੂੰ ਵੀ ਫਿਰ ਦੇਖਣ ਸਾਰੀ ਮਨ ਦੇ ਵਿੱਚ ਬੜਾ ਡਰ ਪੈਦਾ ਹੋ ਜਾਂਦਾ ਸੀ। ਚਾਰੋਂ ਕੇ ਸਰੂਪ ਦੁੱਤ ਚਾਰੂ। ਹੁਣ ਚਾਰੇ ਸਾਹਿਬਜ਼ਾਦਿਆਂ ਨੇ ਇਹੋ ਜਿਹੇ ਸੁੰਦਰ ਸਰੂਪ ਧਾਰਨ ਜਦੋਂ ਕੀਤਾ, ਦਰਸ਼ਨ ਕਰਨ ਵਾਲਿਆਂ ਦੀ ਕਦੇ ਵੀ ਜਿਹੜੀ ਮਨ ਦੀ ਭੁੱਖ ਦੂਰ ਨਹੀਂ ਹੁੰਦੀ ਹੈ। ਜਿਹੜਾ ਦਰਸ਼ਨ ਕਰਦਾ ਹੈ ਸੋਚਾਂ 'ਚ ਪਾਇਆ ਜਾਂਦਾ ਵੀ ਅਜੇ ਤਾਂ ਮੇਰੇ ਅੰਦਰ ਤ੍ਰਿਪਤੀ ਪੈਦਾ ਨਹੀਂ ਹੋਈ, ਮੈਂ ਕਿਤਨੇ ਦਫਾ ਗੁਰੂ ਕੇ ਲਾਲਾਂ ਦੇ ਆ ਕਰਕੇ ਦਰਸ਼ਨ ਵੀ ਕਰ ਲਏ ਹਨ। ਚਤੁਰ ਸਮਤ ਕੇ ਮਨੋਂ ਪਹਾਰੂ। ਮਾਨੋ ਚਾਰੇ ਸਾਹਿਬਜ਼ਾਦਿਆਂ ਨੇ ਬਹੁਤ ਵੱਡੀ ਪਰਬਤਾਂ ਦੇ ਸਮਾਨ ਇਹੋ ਜੀ ਸ੍ਰੇਸ਼ਟ ਮਤ ਵੀ ਧਾਰਨ ਕੀਤੀ ਹੋਈ ਹੈ। ਦਿਨ ਪ੍ਰਤ ਸ਼ਸਤਰਨ ਕੋ ਅਭਿਆਸਾ। ਰੋਜ਼ਾਨਾ ਗੁਰੂ ਕੇ ਲਾਲ ਆ ਤੀਰਅੰਦਾਜ਼ੀ ਹੈ, ਘੋੜ ਸਵਾਰੀ ਹੈ, ਸ਼ਸਤਰ ਵਿਦਿਆ ਦੀ ਬਹੁਤ ਜ਼ਿਆਦਾ ਮਿਹਨਤ ਕਰਦੀ ਰਹਿੰਦੇ ਹਨ। ਪਿਤ ਕੀ ਆਇਸ ਮੈਂ ਜਿਮ ਦਾਸਾ। ਜਿਵੇਂ ਸਿਆਣੇ ਸਿਆਣੇ ਸੇਵਕ ਦਾਸ ਗੁਰੂ ਕੇ ਪਿਆਰੇ ਇਹ ਗੋਬਿੰਦ ਰਾਏ ਜੀ ਦੀ ਆਗਿਆ ਦੇ ਵਿੱਚ ਸਦਾ ਵਾਸਤੇ ਚੱਲਦੇ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਚਾਰੇ ਸਾਹਿਬਜ਼ਾਦੇ ਹਮੇਸ਼ਾ ਦੇ ਲਈ ਆਪਣੇ ਗੁਰੂ ਪਿਤਾ ਦੇ ਹੁਕਮ ਦੇ ਵਿੱਚ ਹੀ ਚੱਲਦੇ ਹਨ। ਰੁੱਤ ਦੂਜੀ ਅਬ ਪੂਰਨ ਹੋਈ। ਕਵੀ ਜੀ ਕਹਿੰਦੇ ਨੇ ਵੀ ਇਸ ਥਾਂ ਤੇ ਜਿਹੜੀ ਦੂਸਰੀ ਰੁੱਤ ਇਸ ਗ੍ਰੰਥ ਦੀ ਪੂਰੀ ਹੋ ਚੁੱਕੀ ਹੈ। ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇਸ ਗ੍ਰੰਥ ਦਾ ਨਾਮ ਹੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰੱਖਿਆ ਹੋਇਆ ਹੈ। ਸੂਰਜ ਦੇ ਤਾਰ 'ਤੇ ਹੀ ਭਾਈ ਸਾਹਿਬ ਨੇ ਇਹਦੀ ਰਚਨਾ ਕੀਤੀ ਹੈ ਵੀ ਜਿਵੇਂ ਆ 6 ਰੁੱਤਾਂ ਆਉਂਦੀਆਂ ਨੇ, ਉਤਰਾਇਣ ਹੈ, ਦੱਖਣਾਇਣ ਹੈ, 12 ਰਾਸਾਂ ਸਾਲ ਦੇ ਵਿੱਚ 12 ਮਹੀਨੇ ਹੋਇਆ ਕਰਦੇ ਹਨ। ਇਸੇ ਤਰ੍ਹਾਂ ਇਸ ਥਾਂ 'ਤੇ ਕਵੀ ਜੀ ਜਿਹੜੀ ਦੂਸਰੀ ਰੁੱਤ ਹੈ ਉਹ ਪੂਰੀ ਕਰਨ ਲੱਗੇ ਹਨ। ਕਹੋਂ ਕਥਾ ਪੁਨ ਆਗਲ ਜੋਈ। ਬਹੁਤ ਅੱਗੇ ਜੋ ਸਤਿਗੁਰੂ ਜੀ ਦੀ ਪਾਵਨ ਕਥਾ ਦੇਵੀ ਗੁਣਾਂ ਦੇ ਨਾਲ ਭਰੀ ਹੋਈ, ਫਿਰ ਮੈਂ ਅੱਗੇ ਉਹ ਤੀਸਰੀ ਰੁੱਤ ਦੇ ਵਿੱਚ ਵਰਣਨ ਕਰਨੀ ਹੈ। ਦਸੋਂ ਗੁਰਨ ਕੇ ਚਰਨ ਮਨਾਏ। 10 ਪਾਤਸ਼ਾਹੀਆਂ ਦੇ ਚਰਨਾਂ ਨੂੰ ਭਾਈ ਸਾਹਿਬ ਜੀ ਵੀ ਬਾਰ-ਬਾਰ ਆਪਣੇ
ਹਿਰਦੇ ਦੇ ਅੰਦਰ ਮਨਾਉਂਦੇ ਹਨ। ਜਥਾ ਸ਼ਕਤ ਸਭ ਦਿਓ ਸੁਨਾਏ। ਵੀ ਜਿਉ ਜੀ ਬੁੱਧੀ, ਜਿਉ ਜੀ ਸਮਤ ਸਤਿਗੁਰੂ ਜੀ ਨੇ ਮੈਨੂੰ ਬਖਸ਼ੀ, ਉਸੇ ਤਰ੍ਹਾਂ ਦੇ ਕੌਤਕ, ਉਸੇ ਤਰ੍ਹਾਂ ਦੀ ਜਿਹੜੀ ਕਥਾ ਮੈਂ ਸੰਗਤਾਂ ਨੂੰ ਅੱਗੇ ਆਪਣੇ ਵੱਲੋਂ ਸੁਣਾ ਦੇਣੀ ਹੈ। ਕਬਿਤ ਸੀਰ ਨਾ ਸੁਰਾਂ ਸੁਸੰਗ ਮੈਂ, ਕੁਸੰਗ ਮੈਂ ਸੰਤੋਖ ਸਿੰਘ। ਅੱਗੇ ਭਾਈ ਸਾਹਿਬ ਜੀ ਨੇ ਮਨ ਦੇ ਅੰਦਰ ਬੜੀ ਨਿਮਰਤਾ, ਗਰੀਬੀ ਨੂੰ ਧਾਰਨ ਕਰਦਿਆਂ ਹੋਇਆਂ ਆਪਣੇ ਵੱਲੋਂ ਗੁਰ ਸਿੱਖਾਂ ਦੇ ਅੱਗੇ ਇੱਕ ਬੇਨਤੀ, ਇੱਕ ਜੋਦੜੀ ਆਪ ਕਰਦੇ ਹਨ। ਸੀਰ ਨਾ ਸੁਸੰਗਮ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਵੀ ਸੀਰ ਨਾ ਸੁਸੰਗਮ ਹੈ, ਜਿਹੜੀ ਰੱਬ ਦੇ ਪਿਆਰਿਆਂ ਦੀ ਸੰਗਤ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਕਬੀਰ ਸੰਗਤ ਸਾਧਕੀ ਦਿਨ ਦਨ ਦੂਨਾ ਹੈਤ, ਸਾਗਤ ਕਾਰੀ ਕਾਮਰੀ ਤੋਏ ਹੋਏ ਨਾ ਸੇਤ। ਵੀ ਇਹੋ ਜਿਹੀ ਜਿਹੜੀ ਸਾਧੂਆਂ ਦੀ ਨਾਮ ਰਸੀਏ ਬ੍ਰਹਮ ਬੇਤੇ ਮਹਾਂਪੁਰਖਾਂ ਦੀ ਸੰਗਤ ਹੈ ਨਾ, ਸੀਰ ਨਾ ਸੁਸੰਗਮ ਹੈ। ਚੰਗੀ ਸੰਗਤ ਦੇ ਵਿੱਚ ਮੈਂ ਕੋਈ ਵੀ ਆਪਣਾ ਜਿਹੜਾ ਹਿੱਸਾ, ਕੋਈ ਵੀ ਜਿਹੜਾ ਪਾਪ ਜ਼ਿਆਦਾ ਜਿਹੜਾ ਟਾਈਮ ਹੈ ਕੋਈ ਆਪਣੇ ਵੱਲੋਂ ਖੁਦਾ ਦੇ ਫਕੀਰਾਂ ਦੀ ਸੰਗਤ ਦੇ ਵਿੱਚ ਕਦੇ ਵੀ ਇਹੋ ਜਿਹਾ ਹਿੱਸਾ ਨਹੀਂ ਪਾਇਆ ਹੈ। ਕੁਸੰਗ ਮੈਂ ਸੰਤੋਖ ਸਿੰਘ। ਕੋ ਸੰਗਤ ਮੈਂ ਸੰਤੋਖ ਸਿੰਘ। ਕਵੀ ਜੀ ਕਹਿੰਦੇ ਨੇ ਵੀ ਮੇਰੀ ਜਿਹੜੀ ਬਿਰਤੀ, ਇਹ ਤਾਂ ਹਰ ਵਕਤ ਮਾੜੀ ਸੰਗਤ ਦੇ ਵੱਲ ਹੀ ਦੌੜਦੀ ਰਹਿੰਦੀ ਹੈ। ਰਮਿਓ ਨਿਤ ਪਾਪਨ ਮੋ। ਮੈਂ ਤਾਂ ਰੋਜ਼ ਹੀ ਰੋਜ਼ ਰਮਿਓ ਨਿਤ ਪਾਪਨ ਮੈਂ, ਵੱਡੇ ਵੱਡੇ ਗੁਨਾਹ ਤੇ ਵੱਡੇ ਵੱਡੇ ਇਹੋ ਜਿਹੇ ਪਾਪਾਂ ਦੇ ਵਿੱਚ ਹੀ ਸਦਾ ਵਾਸਤੇ ਰਮਿਆ ਰਹਿੰਦਾ ਹਾਂ। ਮਿਲਿਓ ਕਬ ਧੀਰ ਨਾ। ਮਿਲਿਓ ਕਬ ਧੀਰ ਨਾ। ਮੇਰੀ ਜ਼ਿੰਦਗੀ ਦੇ ਅੰਦਰ ਜਿਹੜਾ ਧੀਰਜ ਤੇ ਜਿਹੜਾ ਦਿਲਾਸਾ ਗੁਰ ਸਿੱਖਾਂ ਦੇ ਮਨਾਂ ਦੇ ਅੰਦਰ ਪੈਦਾ ਹੋਣਾ ਚਾਹੀਦਾ ਸੀ। ਵੀ ਕੋਈ ਇਹੋ ਜਿਹੀ ਬਹੁਤ ਵੱਡੀ ਤਕਲੀਫ ਆ ਗਈ ਸਰੀਰ ਦੇ ਉੱਪਰ, ਜਿਹੜੇ ਤਾਂ ਧੀਰਜ ਧਾਰੀ ਨੇ ਸੇਵਕ ਦਾਸ ਉਸ ਪੀੜਾ ਨੂੰ, ਉਸ ਕਸ਼ਟ ਨੂੰ ਖਿੜੇ ਮਿੱਥੇ ਚੱਲ ਲੈਂਦੇ ਨੇ। ਵੀ ਕੋਈ ਗੱਲ ਨਹੀਂ, ਜੇ ਕੋਈ ਪੀੜਾ, ਕੋਈ ਦੁੱਖ ਆ ਵੀ ਗਿਆ, ਸਮਾਂ ਪਾ ਕੇ ਆਪਣੇ ਆਪ ਹੀ ਇਸ ਨੇ ਫਿਰ ਜ਼ਰੂਰ ਅੱਗੇ ਲੰਘ ਜਾਣਾ। ਕਤਕ ਕਰਮ ਕਮਾਵਣੇ ਦੋਸ ਨ ਕਾਊ ਜੋਗ, ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਦੱਦਾ। ਦੋਸ ਨ ਦੇਉ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਉਹ ਤਾਂ ਫਿਰ ਇਹੋ ਜਿਹੇ ਖਿਆਲਾਤ, ਇਹੋ ਜਿਹੀ ਜਿਹੜੀ ਧੀਰਜ ਮਨ ਦੇ ਅੰਦਰ ਧਾਰਨ ਕਰਕੇ ਰੱਖਦੇ ਨੇ। ਪਰ ਕਵੀ ਜੀ ਕਹਿੰਦੇ ਨੇ ਵੀ ਇਹੋ ਜਿਹੀ ਧੀਰਜ, ਇਹ ਜਿਹੜਾ ਮਿਲੀ ਕਬ ਧੀਰਨਾ, ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਮੇਰੇ ਅੰਦਰ ਕੋਈ ਵੀ ਆ ਜਾਏ, ਪਰ ਅੰਚਕ ਮਾਤਰ ਧੀਰਜ ਨਹੀਂ ਪੈਦਾ ਹੋਈ ਹੈ। ਧੀਰ ਨਾ ਧਰਤ ਕਾਮ ਲੰਪਟ ਕਠੋਰ। ਮੇਰਾ ਮਨ ਬੜਾ ਕਠੋਰ ਹੈ। ਹਰ ਵਕਤ ਇਹਦੇ ਅੰਦਰ ਇਹੋ ਜਿਹੀਆਂ ਵਿਸ਼ੇ ਵਕਾਰਾਂ ਦੀਆਂ ਜਿਹੜੀਆਂ ਮੰਦੀਆਂ ਬਾਸ਼ਨਾਮਾ ਹੀ ਪੈਦਾ ਹੁੰਦੀਆਂ ਰਹਿੰਦੀਆਂ ਨੇ। ਲੰਪਟ, ਮੈਂ ਤਾਂ ਹਰ ਵਕਤ ਆ ਜਿਹੜੇ ਦੁਨਿਆਵੀ ਰੰਗ ਰਲੀਆਂ ਦੇ ਰਸ ਨੇ, ਉਹਨਾਂ ਦੇ ਵਿੱਚ ਹੀ ਲੰਪਟ ਰਹਿੰਦਾ। ਕੂਰ ਬੋਰਿਓ ਮੈਂ ਬਿਕਾਰਨ ਮੈਂ। ਕੂਰ ਬੋਰਿਆ ਬਿਕਾਰਨ ਮੈਂ। ਚੋਟ ਹੈ, ਤੂਫਾਨ ਹੈ, 420 ਠੱਗੀ ਟੋਰੀ, ਇਹੋ ਜਿਹੇ ਵਿਸ਼ੇ ਵਕਾਰਾਂ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਵੀ ਮੇਰਾ ਜਿਹੜਾ ਇਹ ਚੰਚਲ ਮਨ ਦੈ ਦਿਸ ਕੋ ਥਾਵਤ ਚੱਲ ਜਾਏ ਠਹਿਰਾਨੀ, ਇਹ ਸਵਾਈ ਹੈ। ਮਨ ਦਾ ਕੁਦਰਤੀ ਤੌਰ 'ਤੇ ਚੰਚਲ ਹੋਣਾ, ਕਦੇ ਕੋਈ ਸੰਕਲਪ ਕਦਾ ਕਰ ਲਿਆ, ਕਦੇ ਕੋਈ ਫੁਰਨਾ ਅੰਦਰ ਪੈਦਾ ਹੋ ਗਿਆ।
ਕਹਿੰਦੇ ਵੀ ਇਹ ਜਿਹੜਾ ਮੇਰਾ ਬਹੁਤ ਹੀ ਜ਼ਿਆਦਾ ਚੰਚਲ ਮਨ ਹਰ ਵਕਤ ਜਿਹੜੇ ਨੇ ਸੰਸਾਰਕ ਵਿਸ਼ੇ ਵਿਕਾਰ ਉਹਨਾਂ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ। ਭਇਓ ਮਨ ਤੀਰਨਾ, ਭਇਓ ਮਨ ਤੀਰਨਾ, ਇਹ ਜਿਹੜਾ ਮੇਰਾ ਮੈਲਾ ਮਨ ਕਦੇ ਵੀ ਤੀਰ ਦੇ ਸਮਾਨ ਸਿੱਧਾ ਤਾਂ ਨਹੀਂ ਹੋਇਆ। ਜਿਤਨਾ ਚਿਰ ਸਿੱਧਾ ਨਹੀਂ ਹੁੰਦਾ ਫਿਰ ਇਹਨੇ ਪੁੱਠੇ ਰਸਤੇ ਹੀ ਚੱਲਣਾ। ਜਦੋਂ ਮਨ ਦੀ ਮੈਲ ਦੂਰ ਹੋ ਗਈ ਫਿਰ ਫਿਰ ਸ਼ੁਭ ਮਾਰਗ ਨੂੰ ਗ੍ਰਹਿਣ ਕਰਿਆ ਕਰਦਾ ਹੈ। ਵੀ ਤੀਰ ਨਾ ਇਹੋ ਜਿਹੇ ਖੋਟੇ ਫੁਰਨੇ ਤਾਂ ਬੜੇ ਪੈਦਾ ਹੋ ਗਏ, ਪਰ ਇਹ ਕਹਿੰਦੇ ਅਜੇ ਤੱਕ ਤੀਰ ਦੇ ਸਮਾਨ ਕਦੇ ਵੀ ਸਿੱਧਾ ਨਹੀਂ ਹੋਇਆ ਹੈ। ਤੀਰ ਨਾ ਪਛਾਨਿਓ ਤੁਮੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਇਤਨੇ ਜਿਹੜੇ ਵਿਸ਼ੇ ਵਿਕਾਰ ਝੂਠ ਤਬਾਨ ਮੇਰੇ ਹਿਰਦੇ ਦੇ ਅੰਦਰ ਪ੍ਰਬਲ ਹੋ ਚੁੱਕੇ ਹਨ। ਤੇ ਪਛਾਨਿਓ ਤੀਰ ਨਾ, ਇਹ ਮੇਰੇ ਮਾਲਕ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਦਸ਼ਮੇਸ਼ ਪਿਤਾ, ਤੁਹਾਨੂੰ ਤਾਂ ਮੈਂ ਕਦੇ ਵੀ ਮਨ ਦੇ ਅੰਦਰ ਆਪਣੇ ਨੇੜੇ ਨਹੀਂ ਜਾਣਿਆ ਹੈ। ਦੂਰ ਕਰ ਜਾਣਿਓ ਪ੍ਰਭੂ, ਤੁਹਾਨੂੰ ਤਾਂ ਬਸ ਮੈਂ ਚਿੱਤ ਦੇ ਅੰਦਰ ਹਜ਼ਾਰਾਂ ਕੋਹਾਂ ਦੂਰ ਹੀ ਜਾਣਿਆ ਹੋਇਆ ਸੀ। ਆਪਨੇ ਉਧਾਰ ਕੀ ਵਿਚਾਰੀ ਤਤਵੀਰ ਨਾ, ਆਪਣੇ ਉਧਾਰ ਕੀ ਵਿਚਾਰੀ ਤਤਵੀਰ ਨਾ, ਆਪਣਾ ਜਿਹੜਾ ਹੈ ਮਨੁੱਖਾ ਜਨਮ ਇਸ ਨੂੰ ਸਫਲਾ ਬਣਾਉਣ ਦੇ ਲਈ ਤਤਵੀਰ ਨਾ, ਅਜੇ ਤਾਂ ਕਹਿੰਦੇ ਮੈਂ ਕੋਈ ਇਹੋ ਜਿਹੀ ਜੋਤੀ, ਇਹੋ ਜਿਹਾ ਢੰਗ ਤਰੀਕਾ ਆਪਣੇ ਮਨ ਦੇ ਅੰਦਰ ਕੋਈ ਵੀ ਵਿਚਾਰਿਆ ਨਹੀਂ ਵੀ ਕਿਵੇਂ ਸਫਲਾ ਹੋ, ਕਿਹੜੇ ਢੰਗ ਦੇ ਨਾਲ ਇਹ ਜਿਹੜਾ ਅਮੋਲਕ ਜਨਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਸੇਵਾ ਤੇ ਦੂਜੇ ਨੰਬਰ 'ਤੇ ਹੈ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ। ਮਹਾਂਪੁਰਖ ਵੀ ਇਹਨਾਂ ਦੋਹਾਂ ਸਾਧਨਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੇ ਲਈ ਕਿਹੋ ਜਿਹੇ ਮੌਲਕ ਵਚਨ ਸੰਗਤਾਂ ਨੂੰ ਸੁਣਾਇਆ ਕਰਦੇ ਸੀ ਵੀ ਉਹ ਜਿਹਾ ਜਿਹੜਾ ਕੋਈ ਚੰਗਾ ਸੋਹਣਾ ਤਰੀਕਾ ਆਪਣੇ ਇਹ ਜੀਵਨ ਨੂੰ ਸੁਧਾਰਨ ਦੇ ਲਈ ਜ਼ਿੰਦਗੀ ਦੇ ਅੰਦਰ ਧਾਰਨ ਨਹੀਂ ਕੀਤਾ ਹੈ। ਵੀਰ ਨਾ ਭਗਤ ਭੇਖ ਧਾਰੀ ਹਿਤ ਨਾਰੀ ਜਿਮ, ਜਿਸ ਤਰ੍ਹਾਂ ਇੱਕ ਰਾਜ ਕੰਨਿਆ ਨੇ ਵਿਸ਼ਨੂੰ ਭਗਵਾਨ ਦੇ ਗੁਣ ਜਾਣ ਕਰਕੇ ਵੀ ਬੜੇ ਦਿਆਲੂ ਨੇ, ਕਿਰਪਾਲੂ ਨੇ, ਉਹ ਤਾਂ ਆਪਣੇ ਭਗਤਾਂ ਦੇ ਕਾਰਜ ਵੀ ਸਿੱਧ ਕਰ ਦਿੰਦੇ ਹਨ। ਇਹ ਰਾਜ ਕੰਨਿਆ ਦੇ ਮਨ ਦੇ ਅੰਦਰ ਵਿਸ਼ਨੂੰ ਭਗਵਾਨ ਦੇ ਸਰੂਪ ਦੇ ਦਰਸ਼ਨ ਕਰਕੇ ਬੜੀ ਇਹੋ ਜਿਹੀ ਸ਼ਰਧਾ ਭਾਵਨਾ ਪੈਦਾ ਹੋ ਗਈ ਵੀ ਜੇ ਮੈਂ ਸ਼ਾਦੀ ਕਰਾਉਣੀ ਹੈ ਤਾਂ ਵਿਸ਼ਨੂੰ ਭਗਵਾਨ ਦੇ ਨਾਲ ਕਰਵਾਉਂਗੀ। ਅਗਰ ਮੇਰਾ ਪਿਤਾ ਕੋਈ ਵੱਡੇ ਵੱਡੇ ਰਾਜਕੁਮਾਰ ਪਸੰਦ ਵੀ ਕਰ ਲਊ ਪਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਜਵਾਬ ਦੇ ਦੇਣਾ ਹੈ। ਇਹ ਰਾਜ ਕੰਨਿਆ ਨੇ ਵਿਸ਼ਨੂੰ ਭਗਵਾਨ ਦੇ ਨਾਲ ਸ਼ਾਦੀ ਕਰਾਉਣ ਦੇ ਲਈ ਮਨ ਦੇ ਅੰਦਰ ਇੱਕ ਪੱਕਾ ਪ੍ਰਣ ਧਾਰਨ ਕਰ ਲਿਆ ਸੀ। ਇੱਕ ਵਿਚਾਰਾ ਗਰੀਬ ਤਰਖਾਣ ਦਾ ਪੁੱਤਰ, ਉਹ ਵੀ ਰੋਜ਼ ਦੀ ਰੋਜ਼ ਰਾਜ ਮਹਿਲਾਂ ਦੇ ਵਿੱਚ ਕੰਮ ਕਰਨ ਵਾਸਤੇ ਜਾਇਆ ਕਰਦਾ। ਇਸ ਨੂੰ ਵੀ ਇਸ ਵਾਰਤਾ ਦੇ ਬਾਰੇ ਪਤਾ ਲੱਗਿਆ, ਪਰ ਉਸ ਸਮੇਂ ਇਹਦਾ ਪਿਤਾ ਕਹਿਣ ਲੱਗਿਆ ਵੀ ਆਪਾਂ ਦਿਹਾੜੀਦਾਰ ਗਰੀਬ ਲੋਕ ਤੇਰੀ ਸ਼ਾਦੀ ਇਹੋ ਜਿਹੇ ਬਾਦਸ਼ਾਹ ਦੀ ਸ਼ਹਿਜ਼ਾਦੀ ਦੇ ਨਾਲ ਕਿਵੇਂ ਹੋ ਜੂ, ਇਹ ਤਾਂ ਬੜੀ ਅਣਬਣ ਗੱਲ ਹੈ। ਪਰ ਉਹਨੇ ਅੱਗੇ ਜਾ ਕਰਕੇ ਆਪਣੇ ਸੁਨਿਆਰੇ ਦੇ ਪੁੱਤਰ ਦੇ ਪਾਸ ਗੱਲਬਾਤ ਕੀਤੀ ਵੀ ਆ ਇੱਕ ਮੇਰੇ ਮਨ ਦੇ ਅੰਦਰ ਤਮੰਨਾ ਪੈਦਾ ਹੋ ਚੁੱਕੀ ਹੈ। ਰਾਜ ਕੰਨਿਆ ਨੇ ਵਿਸ਼ਨੂੰ ਭਗਵਾਨ ਦੇ ਨਾਲ
ਸ਼ਾਦੀ ਕਰਾਉਣ ਦੇ ਲਈ ਹੱਥ ਤਾਰਨ ਕੀਤਾ ਹੋਇਆ। ਉਹ ਕਹਿਣ ਲੱਗਿਆ ਵੀ ਇਹ ਕੋਈ ਵੱਡੀ ਗੱਲ ਹੈ, ਅਤੇ ਮੈਂ ਇੱਕ ਇਹੋ ਜਿਹਾ ਗਰਣ ਤਿਆਰ ਕਰ ਦੂੰ, ਉਹਦੇ ਵਿੱਚ ਕਲਾ ਭਰ ਦਿਆਂਗੇ। ਤੇਰੇ 2 ਬਾਹਾਂ ਤਾਂ ਹੈਗੀਆਂ ਪਹਿਲਾਂ ਹੀ, 2 ਜਿਹੜੀਆਂ ਬਾਹਾਂ ਤਾਂ ਤੇਰੇ ਮੈਂ ਨਕਲੀ ਜੀਆਂ ਲਗਾ ਦੇਣੀਆਂ ਹਨ। ਇਹੋ ਜਿਹਾ ਉਹਨੇ ਇੱਕ ਗਰੜ ਤਿਆਰ ਕੀਤਾ ਜਿਹੜਾ ਆਕਾਸ਼ ਦੇ ਵਿੱਚ ਉੱਡ ਵੀ ਸਕਦਾ ਸੀ। ਕਈ ਸਾਲ ਉਸ ਰਾਜ ਕੰਨਿਆ ਨੂੰ ਵਿਸ਼ਨੂੰ ਭਗਵਾਨ ਦੀ ਜਿਹੜੀ ਭਗਤੀ ਕਰਦਿਆਂ ਬਤੀਤ ਹੋ ਗਏ ਹੈ। ਅਜੇ ਵੀ ਗਰੀਬ ਤਰਖਾਣ ਦਾ ਲੜਕਾ ਗਰੜ 'ਤੇ ਹੋ ਕੇ ਸਵਾਰ ਰਾਜ ਮਹਿਲਾਂ ਦੇ ਵਿੱਚ ਪਹੁੰਚ ਗਿਆ। ਕਹਿ ਲੱਗਿਆ ਵੀ ਦੇਖ, ਤੇਰੇ ਮਨ ਦੇ ਵਿੱਚ ਜਿਹੜਾ ਫੁਰਨ ਹੈ ਉਹ ਮੈਂ ਪੂਰਾ ਕਰਨ ਵਾਸਤੇ ਆਇਆ। ਹੁਣ ਮੈਂ ਜਿਉਂਦੇ ਜੀ ਤੇਰੇ ਪਾਸ ਹੀ ਸਦਾ ਦੇ ਲਈ ਰਹਿਣਾ ਹੈ। ਇਹ ਦੇ ਕਰਕੇ ਬਾਦਸ਼ਾਹ ਨੇ ਵੀ ਬੜੀਆਂ ਖੁਸ਼ੀਆਂ ਮਨਾਈਆਂ ਵੀ ਦੇਖੋ ਮੈਨੂੰ ਕਿਹੋ ਜਿਹਾ ਦਮਾਦ ਵਿਸ਼ਨੂੰ ਭਗਵਾਨ ਜੀ ਪ੍ਰਾਪਤ ਹੋ ਗਏ ਹਨ। ਇਹਨੇ ਕਹਿੰਦੇ ਆਪਣੀਆਂ ਫੌਜਾਂ ਵੀ ਹਟਾ ਦਿੱਤੀਆਂ ਵੀ ਭਗਵਾਨ ਆ ਗਿਆ। ਇੱਥੇ ਹੁਣ ਵੱਡੇ ਜਰਨੈਲ, ਵੱਡੇ ਵਜ਼ੀਰ ਆ ਸੈਨਾ ਮੈਨੂੰ ਰੱਖਣ ਦੀ ਕੀ ਲੋੜ ਪਈ ਹੈ? ਕੋਈ ਚੜ੍ਹ ਕੇ ਆ ਗਿਆ। ਵਿਸ਼ਨੂੰ ਭਗਵਾਨ ਮੇਰੀ ਆਪੀ ਰੱਖਿਆ ਕਰੋ। ਇਸੇ ਤਰ੍ਹਾਂ ਜਦੋਂ ਇਹਨੇ ਕਾਫੀ ਟਾਈਮ ਰਾਜ ਮਹਿਲਾਂ ਦੇ ਵਿੱਚ ਰਹਿ ਕਰਕੇ ਆਪਣਾ ਗੁਜ਼ਾਰਿਆ ਸੀ, ਪਰ ਇਹ ਜਿਹੜੀ ਖਬਰ ਵਿਰੋਧੀ ਰਾਜੇ ਨੂੰ ਪਤਾ ਲੱਗਿਆ ਵੀ ਇਹਨੇ ਤਾਂ ਆਪਣੇ ਜਰਨੈਲ ਵੀ, ਵਜ਼ੀਰ ਵੀ, ਫੌਜਾਂ ਸਾਰੀਆਂ ਹਟਾ ਦਿੱਤੀਆਂ ਹਨ। ਉਹਨੇ ਹੁਣ ਆਪਣੇ ਵੱਲੋਂ ਚੜ੍ਹਾਈ ਕਰ ਦਿੱਤੀ ਵੀ ਆਪਾਂ ਇਹਦੇ ਰਾਜ ਭਾਗ ਦੇ ਉੱਪਰ ਕਬਜ਼ਾ ਕਰ ਲਈਏ। ਉਸ ਸਮੇਂ ਰਾਜਾ ਫਿਰ ਨਕਲੀ ਹੈ ਤਾਂ ਨਕਲੀ ਸੀ, ਪੈਕ ਹੀ ਤਾਰਨ ਕੀਤਾ ਹੋਇਆ ਸੀ। ਇਸ ਤਰਖਾਣ ਦੇ ਲੜਕੇ ਨੇ ਕਹਿਣ ਲੱਗਿਆ ਮਹਾਰਾਜ ਬਿਪਤਾ ਪੈ ਗਈ ਮੇਰੇ 'ਤੇ, ਬੜੀਆਂ ਫੌਜਾਂ ਦੂਜੇ ਰਾਜੇ ਦੀਆਂ ਚੜ੍ਹ ਕਰਕੇ ਆ ਗਈਆਂ ਨੇ। ਇਹਦਾ ਵਿਚਾਰਾ ਸੁਣਨ ਅਨੁਸਾਰ ਬੜਾ ਡਰਿਆ, ਭੈਭੀਤ ਹੋ ਗਿਆ ਵੀ ਮੈਂ ਅਸਲੀ ਤਾਂ ਹੈ ਨਹੀਂ ਵਿਸ਼ਨੂੰ ਭਗਵਾਨ, ਇਹ ਤਾਂ ਮੈਂ ਇੱਕ ਭੇਖ ਜਿਹੀ ਵਿਸ਼ਨੂੰ ਭਗਵਾਨ ਜੀ ਦਾ ਸਰੀਰ 'ਤੇ ਧਾਰਨ ਕੀਤਾ ਹੋਇਆ ਸੀ। ਕਹਿੰਦਾ ਕੋਈ ਗੱਲ ਨਹੀਂ। ਇਹਨੇ ਹੁਣ ਸਾਰੀ ਰਾਤ ਵਿਸ਼ਨੂੰ ਭਗਵਾਨ ਜੀ ਦਾ ਧਿਆਨ ਧਾਰਨ ਕਰਦਿਆਂ ਹੋਇਆਂ ਅਰਦਾਸਾਂ ਕਰੀ ਗਿਆ। ਪਰਮਾਤਮਾ ਦੀ ਐਸੀ ਕਿਰਪਾ ਹੋਈ, ਕੁਦਰਤੀ ਤੌਰ 'ਤੇ ਹੈ। ਦੁੱਖ ਪਿਆ ਹੋਵੇ ਕਈ ਦਫਾ ਮਨ ਵੀ ਇਕਾਗਰ ਹੋ ਜਾਂਦਾ ਹੈ। ਜ਼ੋਦਣੀਆਂ ਮਿੰਨਤਾਂ ਤਰਲੇ ਕਰਦਿਆਂ ਇਹਦਾ ਮਨ ਵੀ ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ ਸੀ। ਉਸ ਸਮੇਂ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਮੈਂ ਆਪਣੇ ਆਪ ਹੀ ਉਹਦੀਆਂ ਫੌਜਾਂ ਦਾ ਨਾਸ ਕਰ ਦਿਉ। ਉਸ ਵਾਰਤਾ ਨੂੰ ਮੁਕਰਾ ਦੇ ਹੋਇਆ ਕਵੀ ਜੀ ਨੇ ਵੀ ਕਹਿ ਜਿਹੜਾ ਸੰਕੇਤ ਹੈ ਆਪਣੇ ਵੱਲੋਂ ਜਣਾਇਆ। ਮਹਾਰਾਜ ਮੈਂ ਵੀ ਉਹਦੇ ਸਮਾਨ ਇੱਕੋ ਗੁਰਸਿੱਖਾਂ ਦਾ ਜਿਸਮ ਦੇ ਉੱਪਰ ਭੇਖ ਹੀ ਤਾਰਨ ਕੀਤਾ ਹੋਇਆ, ਉਹਨਾਂ ਦੇ ਸਮਾਨ ਅਜੇ ਤੱਕ ਮੇਰੇ ਅੰਦਰ ਕੋਈ ਚੰਗੇ ਗੁਣ ਤਾਂ ਨਹੀਂ ਪੈਦਾ ਹੋਏ ਹਨ। ਨਾ ਵੀਰ ਤਾਰੀ, ਨਾ ਮੈਂ ਕੋਈ ਯੋਧਾ ਸੂਰਮਾ, ਨਾ ਕੋਈ ਅਜੇ ਪਰਮਾਤਮਾ ਦਾ ਭਗਤ ਵੀ ਨਹੀਂ ਬਣਿਆ ਹਾਂ। ਰਾਖੀ ਪੈਜ ਤੈਸੇ ਮੇਰੀ ਹੇਰੋ ਤਕਸੀਰ ਨਾ। ਸੱਚੇ ਪਾਤਸ਼ਾਹ ਜਿਵੇਂ ਉਸ ਤਰਖਾਨ ਇੱਕ ਨਕਲੀ ਪੈਖ ਵਿਸ਼ਨੂੰ ਭਗਵਾਨ ਦਾ ਧਾਰਨ ਕੀਤਾ, ਉਸ ਦੀ ਵੀ ਆਪ ਨੇ ਲੱਜਿਆ ਰੱਖੀ, ਇੱਜ਼ਤ ਆਬਰੋ ਬਚਾਈ। ਦੂਸਰੇ ਰਾਜੇ ਦੀਆਂ ਫੌਜਾਂ ਨੂੰ ਭਾਜੜਾ ਪਾਈਆਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਆਪ ਨੇ ਵੀ ਮੇਰੇ ਉੱਪਰ ਰਹਿਮਤ ਕਿਰਪਾ ਕਰਨੀ ਹੈ। ਆਪ ਦੀ ਦਇਆ ਦੇ ਨਾਲ ਹੀ ਮੇਰੇ ਵਰਗੇ ਪਾਪੀਆਂ, ਮੇਰੇ ਵਰਗੇ ਪਾਮਰਾਂ ਦੀ ਕਲਿਆਣ ਹੋਣੀ ਹੈ। ਦਿਜ ਖੋਜਨ ਹਿਤ ਸਤਿਗੁਰੂ ਚਿਤਵ ਤਨ ਕੋ ਪਾਏ। ਇਹ
ਅਰਦਾਸ ਬੇਨਤੀ ਕਵੀ ਜੀ ਨੇ ਇਹ ਜਿਹੜੀ ਕਥਾ ਸੰਪੂਰਨ ਹੋਣ ਵਾਸਤੇ ਆਪਣੇ ਵੱਲੋਂ ਕੀਤੀ ਹੈ। ਅੱਗੇ ਭਾਈ ਸਾਹਿਬ ਜੀ ਜਿਹੜੀ ਤੀਸਰੀ ਰੁੱਤ ਆਰੰਭ ਕਰਨ ਲੱਗੇ ਹਨ, ਜਦੋਂ ਗੋਬਿੰਦ ਰਾਏ ਜੀ ਨੇ ਕੋਈ ਹੋ ਜਿਹਾ ਬਹੁਤ ਵੱਡਾ ਮਹਾਨ ਵਿਦਵਾਨ ਵੀ ਜਿਹਨੇ ਆ ਜਿਹੜੇ ਸਹਿ ਸ਼ਾਸਤਰ ਮੰਨੇ ਹਨ, ਨਿਆ ਹੈ ਗੌਤਮ ਰਿਸ਼ੀ ਦਾ ਮੀਮਾਂਸਾ ਦਾ ਬਣਾਇਆ ਹੋਇਆ ਸਹਿ ਸ਼ਾਸਤਰ, 4 ਵੇਦ ਔਰ 18 ਪੁਰਾਣਾ ਦਾ ਬੇਤਾ ਬ੍ਰਾਹਮਣ ਲੱਭਣ ਵਾਸਤੇ ਸਤਿਗੁਰੂ ਜੀ ਨੇ ਇਹ ਮਨ ਦੇ ਵਿੱਚ ਵਿਚਾਰ ਕੀਤੀ ਸੀ। ਮਖ ਮਿਸ ਕਰ ਬਹੁ ਦੇਸ਼ ਤੇ ਲੀਨੇ ਬ੍ਰਿੰਦ ਬੁਲਾਏ। ਸਤਿਗੁਰੂ ਜੀ ਨੇ ਇੱਕ ਬਹੁਤ ਵੱਡਾ ਜਗ ਕਰਨ ਦੇ ਬਹਾਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬੜੇ ਜਿਹੜੇ ਬ੍ਰਾਹਮਣ ਬੁਲਾ ਲਏ ਸਨ। ਤੋਟਕ ਛੰਦ ਤਨ ਦੇਹ ਕਨੋ ਸਭ ਸੰਗ ਭਨਿਓ। ਉਸ ਸਮੇਂ ਸਤਿਗੁਰੂ ਜੀ ਨੇ ਪਰੇ ਦੀ ਬਾਣ ਦੇ ਵਿੱਚ ਇਹ ਬਚਨ ਕੀਤੇ, ਆਪਣੇ ਗੁਰਸਿੱਖਾਂ ਦੇ ਪਾਸ ਭਾਈ ਲੱਭੋ ਕੋਈ ਹੋ ਜਿਹਾ ਸੰਸਕ੍ਰਿਤ ਬਦਾ ਜਿਹੜਾ ਪੜ੍ਹਿਆ ਲਿਖਿਆ ਵਿਦਵਾਨ, ਜਿਤਨੀ ਮਾਇਆ ਮੰਗੂ ਆਪਾਂ ਨੇ ਉਤਨੀ ਹੀ ਉਹਨੂੰ ਬਖਸ਼ ਦੇਣੀ ਹੈ। ਇਮ ਦੇਸ਼ ਵਿਦੇਸ਼ ਮਝਾਰ ਸੁਨਿਓ। ਇਹ ਜਿਹੜੀ ਭਾਰਤ ਆ ਦੇਸ਼ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸੀ। ਦਵੇਜ ਆਗਮ ਵੇਦ ਸ਼ਰੂਤੀ ਬਿਤ ਜੇ। ਜਿਹੜੇ ਹੁਣ ਉਹ ਚਾਰੇ ਵੇਦਾਂ ਦੇ ਮੰਤਰਾਂ ਨੂੰ ਜਾਣਨ ਵਾਲੇ ਸਹਿ ਸ਼ਾਸਤਰਾਂ ਦਾ ਜਿਨ੍ਹਾਂ ਨੇ ਅਧਿਐਨ ਕੀਤਾ ਹੋਇਆ ਸੀ, ਇਸੇ ਤਰ੍ਹਾਂ 18 ਪੁਰਾਣਾ ਦੇ ਕੱਲੇ ਸ਼ਲੋਕ ਦਾ ਜੋ ਵੀ ਹੈ ਇੱਕ ਵਿਦਿਆ ਦਾ ਗਿਆਨ ਰੱਖਣ ਵਾਲੇ ਹਨ। ਬਿਤ ਭੇਦ ਖੜੰਗਨ ਕੇ ਜਿਤ ਜੇ। ਇਸੇ ਤਰ੍ਹਾਂ ਵਿਆਕਰਨ ਹੈ, ਕਲਪ ਹੈ, ਇਕਰਾ ਜਿਹੜੇ 6 ਅੰਗ ਇਹਨਾਂ ਸ਼ਾਸਤਰਾਂ ਦੇ ਮੰਨੇ ਜਾਂਦੇ ਹਨ। ਸਭ ਵੇਦ ਸੋ ਮੰਤਰਨ ਗਿਆਤ ਧਰੈ। ਸਤਿਗੁਰੂ ਜੀ ਕਹਿ ਲਗੇ ਵੀ ਕੋਈ ਐਵੇਂ ਮਾੜਾ ਮੋਟਾ ਬ੍ਰਾਹਮਣ ਪੰਡਤ ਵਿਦਵਾਨ ਨਾ ਹੋਵੇ, ਪਰ ਉਹ ਸਾਰੇ ਮੰਤਰਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਾਣਨ ਵਾਲਾ ਹੈ। ਜਿਨ ਕੋ ਪਾਠ ਦੇਵ ਪ੍ਰਸੰਨ ਕਰੈ। ਜਿਹੜੇ ਹੁਣ ਮੰਤਰ ਪੜ੍ਹ ਕਰਕੇ ਵੱਡੇ ਦੇਵਤਿਆਂ ਨੂੰ ਵੀ ਪ੍ਰਸੰਨ ਕਰ ਸਕਦੇ ਹਨ। ਹਵਨਾਦ ਕਰੀਤ ਪਛਾਨਤ ਹੈ। ਜੋ ਵੱਡੇ ਜਗ ਨੇ ਵੱਡੇ ਹਵਨ ਕਰਨ ਦੀ ਜੋ ਵੀ ਵਿਧੀ ਹੈ ਉਹਨੂੰ ਜਾਣਨ ਵਾਲੇ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਰ ਜਿਹੜੇ ਸਨੇਹ ਇਹ ਜਿਹੜੀਆਂ ਖਬਰਾਂ ਸੰਗਤਾਂ ਦੇ ਵਿੱਚ ਭੇਜਣੀਆਂ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਹਵਨਾਦ ਕਰੀਤ ਪਛਾਨਤ ਹੈ। ਸਭ ਪੂਜਨ ਕੀ ਵਿਦ ਜਾਣਤ ਹੈ। ਹਵਨਾਦ ਕਰੀਤ ਪਛਾਨਤ ਹੈ। ਸਭ ਪੂਜਨ ਕੀ ਵਿਦ ਜਾਣਤ ਹੈ। ਚੌਥੇ ਪਾਰ ਬ੍ਰਹਮ ਅਵਨਾਸੀ ਅਗਮ